सत श्री अकाल दोस्तों, स्वागत है ਤੁਹਾਡੇ ਆਪਣੇ चैनल पीबी पंजाबी कहानियां ते। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ एक नवी पंजाबी कहानी। मेरा नाम राम है, मेरी उम्र 26 साल है। मैं एक पिंड ਦਾ ਵਸਨੀਕ ਹਾਂ। ਮੇਰੇ ਪਿਤਾ ਜੀ ਖੇਤੀ ਕਰਦੇ ਸਨ ਅਤੇ ਮੇਰੀ ਮਾਂ ਖੇਤਾਂ ਵਿੱਚ ਉਹਨਾਂ ਦੀ ਮਦਦ ਕਰਦੀ ਸੀ। ਬਹੁਤ ਮਿਹਨਤ ਅਤੇ ਲਗਨ ਨਾਲ ਮੇਰੇ ਮਾਤਾ ਪਿਤਾ ਨੇ ਮੈਨੂੰ ਪੜ੍ਹਾਇਆ ਲਿਖਾਇਆ ਅਤੇ ਫਿਰ ਮੈਂ ਪੜ੍ਹ ਲਿਖ ਕੇ ਸਕੂਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇੱਕ ਦਿਨ ਗੁਆਂਢੀਆਂ ਦੀ ਮਾਸੀ ਸਾਡੇ ਘਰ ਆਈ। ਉਹ ਮੇਰੇ ਲਈ ਚੰਗੇ ਘਰ ਦਾ ਰਿਸ਼ਤਾ ਲੈ ਕੇ ਆਈ। ਕੁੜੀ ਵਾਲਿਆਂ ਨੇ 2 ਦਿਨਾਂ ਬਾਅਦ ਸਾਨੂੰ ਆਪਣੇ ਘਰ ਬੁਲਾਇਆ। ਅਸੀਂ ਕੁੜੀ ਦੇਖਣ ਉਹਨਾਂ ਦੇ ਘਰ ਚਲੇ ਗਏ। ਮੇਰੀ ਮਾਂ ਨੂੰ ਕੁੜੀ ਬਹੁਤ ਪਸੰਦ ਆਈ ਤੇ ਮੈਂ ਮਹੀਨੇ ਦੇ ਅੰਦਰ ਹੀ ਵਿਆਹ ਕਰਵਾ ਲਿਆ। ਮੇਰੀ ਪਤਨੀ ਦਾ ਨਾਮ ਰੀਨਾ ਹੈ। ਮੈਂ ਅਤੇ ਮੇਰੀ ਪਤਨੀ ਬਹੁਤ ਖੁਸ਼ੀ ਨਾਲ ਰਹਿੰਦੇ ਸਨ। ਮੇਰੀ ਪਤਨੀ ਨੂੰ ਸੀਰੀਅਲ ਦੇਖਣ ਦਾ ਬਹੁਤ ਸ਼ੌਂਕ ਸੀ। ਉਹ ਘਰ ਦੇ ਸਾਰੇ ਕੰਮ ਕਰਨ ਤੋਂ ਬਾਅਦ ਸੀਰੀਅਲ ਦੇਖਣ ਬੈਠ ਜਾਂਦੀ ਸੀ। ਪਰ ਇੱਕ ਦਿਨ ਅਚਾਨਕ ਰਾਤ ਨੂੰ ਮੇਰੀ ਅੱਖ ਖੁੱਲ੍ਹੀ ਅਤੇ ਮੈਂ ਦੇਖਿਆ ਕਿ ਮੇਰੀ ਪਤਨੀ ਰਾਤ ਨੂੰ ਮੋਬਾਈਲ ਲੈ ਕੇ ਬੈਠੀ ਹੈ। ਤਾਂ ਮੈਂ ਉਸ ਨੂੰ ਪੁੱਛਿਆ ਕਿ ਰੀਨਾ, ਤੂੰ ਇੰਨੀ ਦੇਰ ਰਾਤ ਮੋਬਾਈਲ ਨਾਲ ਕੀ ਕਰ ਰਹੀ ਹੈ? ਮੇਰੀ ਪਤਨੀ ਨੇ ਜਵਾਬ ਦਿੱਤਾ ਕਿ ਮੈਂ ਸੀਰੀਅਲ ਦੇਖ ਰਹੀ ਹਾਂ। ਮੈਂ ਇੱਕ ਕਿਸਾਨ ਦਾ ਪੁੱਤਰ ਸੀ ਅਤੇ ਮੈਂ ਖੁਦ ਇੱਕ ਅਧਿਆਪਕ ਸੀ। ਮੇਰੇ ਕੋਲ ਜ਼ਿਆਦਾ ਪੈਸੇ ਨਹੀਂ ਸਨ, ਪਰ ਇੱਕ ਦਿਨ ਅਚਾਨਕ ਮੇਰੇ ਖਾਤੇ ਵਿੱਚ ਪੈਸੇ ਆ ਗਏ। ਮੈਂ ਉਹਨਾਂ ਪੈਸਿਆਂ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿ ਮੇਰੇ ਖਾਤੇ ਵਿੱਚ ਇੰਨੇ ਪੈਸੇ ਕਿਸ ਨੇ ਪਾਏ। ਮੈਂ ਆਪਣੀ ਪਤਨੀ 'ਤੇ ਸ਼ੱਕ ਕਰਨ ਲੱਗਾ, ਕਿਉਂਕਿ ਹੁਣ ਮੇਰੀ ਪਤਨੀ ਹਰ ਰਾਤ ਮੋਬਾਈਲ 'ਤੇ ਕੋਈ ਨਾ ਕੋਈ ਕੰਮ ਕਰਦੀ ਸੀ। ਜਦੋਂ ਵੀ ਮੈਂ ਰਾਤ ਨੂੰ ਅੱਖਾਂ ਖੋਲ੍ਹਦਾ ਤਾਂ ਉਸਦੇ ਹੱਥ 'ਚ ਮੋਬਾਈਲ ਹੁੰਦਾ। ਇੱਕ ਰਾਤ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਦੇਖਿਆ ਕਿ ਮੇਰੀ ਪਤਨੀ ਮੇਰੇ ਨਾਲ ਨਹੀਂ ਸੀ। ਜਦੋਂ ਮੈਂ ਉੱਠ ਕੇ ਕਮਰੇ ਤੋਂ ਬਾਹਰ ਗਿਆ ਤਾਂ ਦੇਖਿਆ ਕਿ ਮੇਰੀ ਪਤਨੀ ਦੂਜੇ ਕਮਰੇ ਵਿੱਚ ਮੋਬਾਈਲ ਲੈ ਕੇ ਬੈਠੀ ਸੀ, ਪਰ ਮੈਂ ਠੀਕ ਤਰ੍ਹਾਂ ਨਹੀਂ ਦੇਖ ਸਕਿਆ ਕਿ ਉਹ ਮੋਬਾਈਲ ਵਿੱਚ ਕੀ ਕਰ ਰਹੀ ਹੈ। ਫਿਰ ਉਹ ਆਪਣਾ ਮੋਬਾਈਲ ਬੰਦ ਕਰਕੇ ਕਮਰੇ ਵੱਲ ਆਉਣ ਲੱਗੀ। ਇਹ ਦੇਖ ਕੇ ਮੈਂ ਵੀ ਤੇਜ਼ੀ ਨਾਲ ਆਪਣੇ ਕਮਰੇ ਵੱਲ ਆ ਗਿਆ ਅਤੇ ਸੌਣ ਦਾ ਬਹਾਨਾ ਕਰਨ ਲੱਗਾ। ਹੁਣ ਇਹ ਕੰਮ ਰੋਜ਼ ਦਾ ਬਣ ਗਿਆ ਸੀ। ਜਦੋਂ ਵੀ ਮੈਂ ਅੱਖਾਂ ਖੋਲ੍ਹਦਾ ਤਾਂ ਮੇਰੀ ਪਤਨੀ ਦੂਜੇ ਕਮਰੇ ਵਿੱਚ ਬੈਠੀ ਮੋਬਾਈਲ ਚਲਾ ਰਹੀ ਹੁੰਦੀ ਅਤੇ ਜਦੋਂ ਮੈਂ ਸਵੇਰੇ ਉਸ ਨੂੰ ਪੁੱਛਦਾ ਤਾਂ ਉਹ ਮੈਨੂੰ ਦੱਸਦੀ ਕਿ ਮੈਨੂੰ ਨੀਂਦ ਨਹੀਂ ਆ ਰਹੀ ਸੀ, ਇਸੇ ਲਈ ਮੈਂ ਸੀਰੀਅਲ ਦੇਖ ਰਹੀ ਸੀ। ਤੁਸੀਂ ਪਰੇਸ਼ਾਨ ਨਾ ਹੋਵੋ, ਇਸ ਲਈ ਮੈਂ ਦੂਜੇ ਕਮਰੇ ਵਿੱਚ ਜਾ ਕੇ ਸੀਰੀਅਲ ਦੇਖਦੀ ਹਾਂ। ਮੈਂ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਸੀ। ਮੇਰੀ ਤਨਖਾਹ ਜ਼ਿਆਦਾ ਨਹੀਂ ਸੀ, ਪਰ ਅਸੀਂ ਜੋ ਵੀ ਸੀ ਉਸ ਵਿੱਚ ਖੁਸ਼ ਰਹਿੰਦੇ ਸੀ। ਪਰ ਅਚਾਨਕ ਮੇਰੀ ਆਪਣੀ ਪਤਨੀ ਦੀਆਂ ਅਜਿਹੀਆਂ ਹਰਕਤਾਂ ਦੇਖ ਕੇ ਮੈਨੂੰ ਉਸ 'ਤੇ ਸ਼ੱਕ ਹੋਣ ਲੱਗਾ। ਉਸ ਸਮੇਂ ਮੇਰਾ ਸ਼ੱਕ ਹੋਰ ਵੱਧ ਗਿਆ। ਜਦੋਂ ਮੇਰੇ ਖਾਤੇ ਵਿੱਚ ਪੈਸੇ ਆਉਣ ਲੱਗੇ, ਮੈਂ ਸੋਚਿਆ ਕਿ ਮੇਰੇ ਖਾਤੇ ਵਿੱਚ ਇੰਨੇ ਪੈਸੇ ਕਿਸ ਨੇ ਪਾਏ? ਕਿ ਕਿਸੇ ਨੇ ਕੋਈ ਗਲਤੀ ਕੀਤੀ ਹੈ ਜਾਂ ਕਿਸੇ ਨੇ ਜਾਣ ਬੁੱਝ ਕੇ ਮੇਰੇ ਖਾਤੇ ਵਿੱਚ ਪੈਸੇ ਪਾ ਦਿੱਤੇ ਹਨ। ਅਜਿਹਾ ਕੋਈ ਵੀ ਨੰਬਰ ਨਹੀਂ ਸੀ ਜਿਸ 'ਤੇ ਕਾਲ ਕਰਕੇ ਪਤਾ ਲੱਗ ਸਕੇ ਕਿ ਮੇਰੇ ਖਾਤੇ ਵਿੱਚ ਕਿਸ ਨੇ ਪੈਸੇ ਪਾਏ ਹਨ। ਮੈਂ ਆਪਣੇ ਖਾਤੇ ਵਿੱਚ ਪੈਸੇ ਦੇਖ ਕੇ ਖੁਸ਼ ਸੀ, ਪਰ ਮੈਂ ਆਪਣੀ ਪਤਨੀ ਨੂੰ ਨਹੀਂ ਦੱਸਿਆ। ਮੈਂ ਸੋਚਿਆ ਮੈਂ ਆਪਣੀ ਪਤਨੀ ਨੂੰ ਦੱਸਾਂਗਾ ਅਤੇ ਜਿਸ ਦਾ ਇਹ ਪੈਸਾ ਹੈ ਉਹ ਵਾਪਸ ਮੰਗਣ ਆ ਜਾਵੇਗਾ ਤਾਂ ਮੇਰੀ ਪਤਨੀ ਦੇ ਸਾਹਮਣੇ ਮੇਰੀ ਇੱਜ਼ਤ ਕੀ ਰਹੇਗੀ? ਕਿਸੇ ਹੋਰ ਦੇ ਪੈਸੇ ਨੂੰ ਆਪਣਾ ਸਮਝ ਕੇ ਖੁਸ਼ ਹੋਣ ਲਈ ਉਹ ਮੇਰੇ 'ਤੇ ਹੱਸੇਗੀ। ਇਹ ਸਭ ਕੁਝ ਸੋਚ ਹੀ ਰਿਹਾ ਸੀ ਕਿ ਅਚਾਨਕ ਮੇਰੇ ਦਿਮਾਗ ਵਿੱਚ ਆਇਆ, ਕਿਤੇ ਮੇਰੀ ਪਤਨੀ ਕਾਰਨ ਮੈਨੂੰ ਪੈਸੇ ਤਾਂ ਨਹੀਂ ਮਿਲ ਰਹੇ। ਹਰ ਰਾਤ ਉਹ ਦੂਜੇ ਕਮਰੇ ਵਿੱਚ ਮੋਬਾਈਲ ਦੇ ਸਾਹਮਣੇ ਬੈਠੀ ਕੁਝ ਨਾ ਕੁਝ ਕਰਦੀ ਸੀ। ਕਿ ਮੇਰੀ ਪਤਨੀ ਕੁਝ ਗਲਤ ਤਾਂ ਨਹੀਂ ਕਰ ਰਹੀ ਸੀ? ਸੰਭਵ ਹੈ ਕਿ ਪੈਸੇ ਦੀ ਕਮੀ ਕਾਰਨ ਉਸ ਨੇ ਕੋਈ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੋਵੇ। ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ। ਇਸ ਕਾਰਨ ਮੈਂ ਬੱਚਿਆਂ ਨੂੰ ਪੜ੍ਹਾਉਣ ਵੱਲ ਵੀ ਧਿਆਨ ਨਹੀਂ ਦੇ ਸਕਿਆ, ਜਿਸ ਕਾਰਨ ਸਕੂਲ ਦੇ ਪ੍ਰਿੰਸੀਪਲ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ। ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ, ਸਰ, ਤੁਸੀਂ ਮੈਨੂੰ ਇਸ ਤਰ੍ਹਾਂ ਨੌਕਰੀ ਤੋਂ ਕਿਵੇਂ ਕੱਢ ਸਕਦੇ ਹੋ? ਇਸ ਸਮੇਂ ਮੇਰੇ ਕੋਲ ਕੋਈ ਨੌਕਰੀ ਵੀ ਨਹੀਂ ਹੈ। ਸਰ ਨੇ ਮੈਨੂੰ ਕਿਹਾ ਕਿ ਤੁਹਾਡਾ ਮਨ ਬੱਚਿਆਂ ਨੂੰ ਪੜ੍ਹਾਉਣ ਵਿੱਚ ਨਹੀਂ ਹੈ। ਬੱਚਿਆਂ ਦੇ ਮਾਪਿਆਂ ਨੇ ਤੁਹਾਡੇ ਬਾਰੇ ਸ਼ਿਕਾਇਤ ਕੀਤੀ ਹੈ, ਜਿਸ ਕਾਰਨ ਸਾਡੇ ਸਕੂਲ ਦੀ ਬੇਇੱਜ਼ਤੀ ਹੋ ਰਹੀ ਹੈ। ਤੁਹਾਡੇ ਕਾਰਨ ਅਸੀਂ ਆਪਣੇ ਸਕੂਲ ਦਾ ਨਾਮ ਖਰਾਬ ਨਹੀਂ ਕਰ ਸਕਦੇ। ਇਹ ਸਭ ਕਹਿ ਕੇ ਸਰ ਨੇ ਮੈਨੂੰ ਚਲੇ ਜਾਣ ਲਈ ਕਿਹਾ। ਇਸ ਤੋਂ ਬਾਅਦ ਮੈਂ ਆਪਣੇ ਘਰ ਆ ਗਿਆ, ਪਰ ਮੈਂ ਆਪਣੇ ਘਰ ਨੌਕਰੀ ਗੁਆਉਣ ਬਾਰੇ ਨਹੀਂ ਦੱਸਿਆ। ਮੈਂ ਸੋਚਣਾ ਸ਼ੁਰੂ ਕੀਤਾ ਕਿ ਸਾਡੇ ਘਰ ਦਾ ਖਰਚਾ ਕਿਵੇਂ ਚੱਲੇਗਾ। ਅਚਾਨਕ ਖਾਤੇ ਵਿੱਚ ਪਏ ਪੈਸਿਆਂ ਵੱਲ ਧਿਆਨ ਆਇਆ
ਫਿਰ ਮੈਂ ਆਪਣੇ ਖਾਤੇ ਵਿੱਚੋਂ ਕੁਝ ਪੈਸੇ ਕਢਾ ਲਏ ਅਤੇ ਪੂਰੇ ਮਹੀਨੇ ਦਾ ਰਾਸ਼ਨ ਘਰ ਲੈ ਆਇਆ ਅਤੇ ਬਾਕੀ ਦੇ ਪੈਸੇ ਖਾਤੇ ਵਿੱਚ ਛੱਡ ਦਿੱਤੇ। ਮੈਂ ਸੋਚਿਆ ਜੇਕਰ ਕੋਈ ਮੈਨੂੰ ਪੈਸੇ ਵਾਪਸ ਕਰਨ ਲਈ ਕਹਿੰਦਾ ਹੈ ਤਦ ਤੱਕ ਮੈਂ ਕੋਈ ਨਾ ਕੋਈ ਨੌਕਰੀ ਲੱਭ ਕੇ ਪੈਸੇ ਵਾਪਸ ਕਰ ਦੇਵਾਂਗਾ। ਹੁਣ ਮੈਂ ਆਪਣੀ ਪਤਨੀ ਤੋਂ ਉਸ ਪੈਸਿਆਂ ਬਾਰੇ ਪੁੱਛ ਵੀ ਨਹੀਂ ਸਕਦਾ ਸੀ, ਕਿਉਂਕਿ ਮੇਰੀ ਨੌਕਰੀ ਖੁੱਸਣ ਕਾਰਨ ਉਹ ਪੈਸੇ ਮੈਂ ਪਹਿਲਾਂ ਹੀ ਖਰਚ ਕਰ ਚੁੱਕਾ ਸੀ, ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਦੇਖ ਸਕਦਾ ਸੀ। ਸਭ ਕੁਝ ਪਹਿਲਾਂ ਵਾਂਗ ਚੱਲ ਰਿਹਾ ਸੀ। ਮੇਰੀ ਪਤਨੀ ਮੇਰਾ ਬਹੁਤ ਧਿਆਨ ਰੱਖਦੀ ਸੀ, ਪਰ ਹੁਣ ਉਸਨੇ ਨਵਾਂ ਕੰਮ ਸ਼ੁਰੂ ਕੀਤਾ ਸੀ। ਹੁਣ ਹਰ ਰਾਤ ਉਹ ਮੈਨੂੰ ਦੁੱਧ ਦਾ ਗਿਲਾਸ ਬਣਾ ਕੇ ਦਿੰਦੀ ਸੀ ਤੇ ਕਹਿੰਦੀ ਸੀ ਕਿ ਤੁਸੀਂ ਆਪਣਾ ਬਿਲਕੁਲ ਵੀ ਖਿਆਲ ਨਹੀਂ ਰੱਖਦੇ। ਤੁਸੀਂ ਕਿੰਨੇ ਕਮਜ਼ੋਰ ਹੁੰਦੇ ਜਾ ਰਹੇ ਹੋ। ਤੁਸੀਂ ਸਾਰਾ ਦਿਨ ਸਾਡੇ ਲਈ ਸਖਤ ਮਿਹਨਤ ਕਰਦੇ ਹੋ। ਹੁਣ ਮੈਂ ਤੁਹਾਨੂੰ ਰੋਜ਼ਾਨਾ 1 ਗਲਾਸ ਦੁੱਧ ਦਾ ਦੇਵਾਂਗੀ। ਇਸ ਨੂੰ ਪੀਣ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲੇਗੀ ਅਤੇ ਤੁਸੀਂ ਦਿਨ ਭਰ ਸੁਸਤ ਮਹਿਸੂਸ ਨਹੀਂ ਕਰੋਗੇ। ਮੈਂ ਮੁਸਕਰਾ ਕੇ ਆਪਣੀ ਪਤਨੀ ਵੱਲ ਦੇਖ ਕੇ ਸੋਚਣ ਲੱਗਾ ਕਿ ਉਹ ਆਪ ਸਾਰਾ ਦਿਨ ਭੱਜ ਕੇ ਸਾਡੇ ਲਈ ਕੰਮ ਕਰਦੀ ਹੈ, ਸਾਡੇ ਲਈ ਖਾਣਾ ਪਕਾਉਂਦੀ ਹੈ, ਸਾਡੇ ਕੱਪੜੇ ਧੋਂਦੀ ਹੈ। ਆਪਣੇ ਆਪ ਤਾਂ ਬਿਲਕੁਲ ਵੀ ਖਿਆਲ ਨਹੀਂ ਰੱਖ ਸਕਦੀ ਅਤੇ ਮੇਰਾ ਬਹੁਤ ਖਿਆਲ ਰੱਖ ਰਹੀ ਹੈ। ਮੈਂ ਦਿਲ ਵਿੱਚ ਰੱਬ ਦਾ ਸ਼ੁਕਰਾਨਾ ਕੀਤਾ। ਉਸਨੇ ਮੈਨੂੰ ਅਜਿਹੀ ਪਿਆਰੀ ਅਤੇ ਦੇਖਭਾਲ ਕਰਨ ਵਾਲੀ ਪਤਨੀ ਦਿੱਤੀ ਹੈ। ਮੈਂ ਦੁੱਧ ਦਾ ਉਹ ਗਲਾਸ ਪੀਤਾ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਕਿਹਾ ਕਿ ਤੂੰ ਇੱਕ ਬਹੁਤ ਚੰਗੀ ਪਤਨੀ ਹੈ। ਮੈਂ ਹਮੇਸ਼ਾ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ, ਉਸਨੇ ਮੈਨੂੰ ਤੇਰੇ ਜਿਹੀ ਸੁੰਦਰ ਅਤੇ ਵਫਾਦਾਰ ਪਤਨੀ ਦਿੱਤੀ। ਇਹ ਸੁਣ ਕੇ ਉਹ ਮੇਰੇ ਤੋਂ ਅੱਖਾਂ ਚੁਰਾਉਣ ਲੱਗੀ ਅਤੇ ਉਸ ਦੇ ਚਿਹਰੇ 'ਤੇ ਅਜੀਬ ਜਿਹੀ ਮੁਸਕਾਨ ਆ ਗਈ, ਪਰ ਮੈਂ ਉਸ ਨੂੰ ਆਪਣਾ ਵਹਿਮ ਸਮਝ ਕੇ ਭੁੱਲ ਗਿਆ। ਹੁਣ ਉਹ ਰੋਜ਼ ਮੈਨੂੰ ਦੁੱਧ ਦਾ ਗਲਾਸ ਬਣਾ ਕੇ ਦਿੰਦੀ ਸੀ ਅਤੇ ਦੁੱਧ ਪੀਂਦਿਆਂ ਹੀ ਮੈਨੂੰ ਬਹੁਤ ਗੂੜ੍ਹੀ ਨੀਂਦ ਆ ਜਾਂਦੀ। ਜਦੋਂ ਮੈਂ ਸਵੇਰੇ ਉੱਠਦਾ ਤਾਂ ਮੇਰਾ ਸਿਰ ਥੋੜ੍ਹਾ ਦੁਖਦਾ, ਪਰ ਕੁਝ ਦੇਰ ਬਾਅਦ ਇਹ ਠੀਕ ਹੋ ਜਾਂਦਾ। ਇਹ ਸਭ ਕੁਝ ਸੋਚ ਕੇ ਮੇਰੀ ਪਤਨੀ ਤੇ ਮੇਰਾ ਸ਼ੱਕ ਹੋਰ ਵੱਧਦਾ ਜਾ ਰਿਹਾ ਸੀ। ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ। ਜਦੋਂ ਵੀ ਮੈਂ ਉਸ ਦੀ ਬੇਵਫਾਈ ਬਾਰੇ ਸੋਚਦਾ ਸੀ ਤਾਂ ਮੇਰਾ ਦਿਲ ਦੁਖਦਾ ਸੀ। ਮੈਂ ਆਪਣਾ ਵਹਿਮ ਸਮਝ ਕੇ ਭੁੱਲ ਜਾਂਦਾ ਸੀ ਤੇ ਇਹ ਸੋਚ ਕੇ ਮੈਂ ਆਪਣੇ ਕਦਮ ਪਿੱਛੇ ਖਿੱਚ ਲੈਂਦਾ ਕਿ ਰਾਜ ਹੀ ਰਹੇ ਤਾਂ ਚੰਗਾ ਹੈ, ਕਿਉਂਕਿ ਮੈਂ ਆਪਣੀ ਪਤਨੀ ਤੋਂ ਇੱਕ ਪਲ ਲਈ ਵੀ ਦੂਰ ਨਹੀਂ ਰਹਿ ਸਕਦਾ ਸੀ। ਪਰ ਅੱਜ ਦੇ ਸਮੇਂ ਵਿੱਚ ਇੰਟਰਨੈਟ 'ਤੇ ਵੀ ਬਹੁਤ ਕੁਝ ਹੋ ਰਿਹਾ ਹੈ। ਮੇਰੇ ਦੋਸਤ ਅਕਸਰ ਬਾਲਗ ਵੀਡੀਓ ਅਤੇ ਫੋਟੋਆਂ ਦੇਖਦੇ ਸਨ ਅਤੇ ਮੈਨੂੰ ਦੱਸਦੇ ਸਨ। ਮੈਂ ਇੱਕ ਆਦਮੀ ਸੀ ਅਤੇ ਇਹਨਾਂ ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਅਤੇ ਮੈਨੂੰ ਇਹ ਵੀ ਪਤਾ ਸੀ ਕਿ ਇਹਨਾਂ ਸਾਰੇ ਕੰਮਾਂ ਲਈ ਬਹੁਤ ਸਾਰਾ ਪੈਸਾ ਮਿਲਦਾ ਹੈ। ਪਰ ਮੈਂ ਆਪਣੀ ਪਤਨੀ ਬਾਰੇ ਨਹੀਂ ਸੋਚਣਾ ਚਾਹੁੰਦਾ ਸੀ, ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ। ਮੇਰਾ ਦਿਲ ਆਪਣੀ ਪਤਨੀ ਬਾਰੇ ਗਲਤ ਸੋਚਣ ਲਈ ਤਿਆਰ ਨਹੀਂ ਸੀ। ਰੋਜ਼ ਦੀ ਤਰ੍ਹਾਂ ਪੈਦਲ ਹੀ ਨੌਕਰੀ ਲੱਭਣ ਲਈ ਨਿਕਲਿਆ ਅਤੇ ਕਾਫੀ ਭਾਲ ਕਰਨ ਤੋਂ ਬਾਅਦ ਮੈਨੂੰ ਨੌਕਰੀ ਮਿਲ ਗਈ। ਮੈਂ ਸੋਚਿਆ ਸੀ ਕਿ ਜੋ ਪੈਸੇ ਮੈਂ ਖਾਤੇ ਵਿੱਚ ਕਢਵਾ ਲਏ ਹਨ ਮੈਂ ਵਾਪਸ ਪਾ ਦੇਵਾਂਗਾ, ਕਿਉਂਕਿ ਜੇਕਰ ਉਹ ਪੈਸੇ ਕਿਸੇ ਦੇ ਹਨ ਅਤੇ ਉਹ ਮੰਗਣ ਲੱਗ ਪਿਆ ਤਾਂ ਮੈਂ ਕਿੱਥੋਂ ਦੇਵਾਂਗਾ। ਹੁਣ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ 'ਤੇ ਚਲਾ ਜਾਂਦਾ ਸੀ ਅਤੇ ਸ਼ਾਮ ਨੂੰ ਜਦੋਂ ਮੈਂ ਥੱਕ ਕੇ ਘਰ ਵਾਪਸ ਆਉਂਦਾ ਸੀ ਤਾਂ ਮੇਰੀ ਪਤਨੀ ਖਾਣਾ ਖਾਣ ਤੋਂ ਬਾਅਦ ਮੈਨੂੰ ਦੁੱਧ ਦਾ ਗਲਾਸ ਦਿੰਦੀ, ਜਿਸ ਨੂੰ ਪੀਣ ਤੋਂ ਬਾਅਦ ਮੈਂ ਬਹੁਤ ਗੂੜ੍ਹੀ ਨੀਂਦ ਵਿੱਚ ਸੌਂ ਜਾਂਦਾ ਸੀ ਅਤੇ ਸਵੇਰੇ ਹੀ ਉੱਠਦਾ। ਮੇਰੀ ਪਤਨੀ ਦੀਆਂ ਹਰਕਤਾਂ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਉਹ ਮੇਰੇ ਦੁੱਧ ਵਿੱਚ ਕੋਈ ਚੀਜ਼ ਤਾਂ ਨਹੀਂ ਮਿਲਾਉਂਦੀ ਜਿਸ ਨਾਲ ਮੈਂ ਗੂੜ੍ਹੀ ਨੀਂਦ ਵਿੱਚ ਸੌਂ ਜਾਂਦਾ ਹਾਂ। ਇੱਕ ਦਿਨ ਜਦੋਂ ਮੈਂ ਕੰਮ ਤੋਂ ਥੱਕਿਆ ਹੋਇਆ ਘਰ ਵਾਪਸ ਆਇਆ ਤਾਂ ਰਾਤ ਦਾ ਖਾਣਾ ਖਾ ਕੇ ਸੌਂ ਗਿਆ। ਉਸ ਰਾਤ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਮੇਰੀ ਪਤਨੀ ਮੇਰੇ ਨਾਲ ਨਹੀਂ ਸੀ। ਜਦੋਂ ਮੈਂ ਉਸ ਨੂੰ ਦੇਖਣ ਲਈ ਬਾਹਰ ਗਿਆ ਤਾਂ ਦੇਖਿਆ ਕਿ ਦੂਜੇ ਕਮਰੇ ਦੀ ਲਾਈਟ ਜਗ ਰਹੀ ਸੀ ਅਤੇ ਉਹ ਉੱਥੇ ਬੈਠੀ ਫੋਨ 'ਤੇ ਕੁਝ ਕਰ ਰਹੀ ਸੀ। ਇਹ ਸਭ ਦੇਖ ਕੇ ਮੇਰੇ ਮਨ ਵਿੱਚ ਸ਼ੱਕ ਦੀ ਘੰਟੀ ਫਿਰ ਵੱਜਣ ਲੱਗੀ। ਆਖਰ ਮੈਂ ਵੀ ਇੱਕ ਆਦਮੀ ਸੀ, ਕਦ ਤੱਕ ਮੈਂ ਉਸ ਦੇ ਸ਼ੱਕ ਨਾ ਕਰਦਾ। ਇੱਕ ਇੱਜ਼ਤਦਾਰ ਆਦਮੀ ਇਹ ਸਭ ਬਰਦਾਸ਼ਤ ਨਹੀਂ ਕਰ ਸਕਦਾ। ਮੇਰੇ ਦਿਮਾਗ ਵਿੱਚ ਸਭ ਕੁਝ ਫਿਲਮ ਵਾਂਗ ਚੱਲ ਰਿਹਾ ਸੀ। ਹੁਣ ਤਾਂ ਮੇਰੀ ਪਤਨੀ ਵੀ ਮੇਰੇ ਨਾਲ ਬਹੁਤੀ ਗੱਲ ਨਹੀਂ ਕਰਦੀ ਸੀ। ਜਦੋਂ ਮੈਂ ਕੰਮ ਤੋਂ ਘਰ ਵਾਪਸ ਆਉਂਦਾ ਤਾਂ ਉਹ ਮੈਨੂੰ ਖਾਣਾ ਖਵਾਉਂਦੀ ਅਤੇ ਫਿਰ ਦੁੱਧ ਦਾ ਗਲਾਸ ਦਿੰਦੀ ਅਤੇ ਦੁੱਧ ਪੀ ਕੇ ਸੌਂ ਜਾਂਦਾ। ਸਮੇਂ ਦੇ ਨਾਲ ਸਾਡੇ ਵਿਚਕਾਰ ਦੂਰੀ ਵਧਣ ਲੱਗੀ। ਮੈਂ ਸਾਰਾ ਦਿਨ ਇਸੇ ਸੋਚ ਵਿੱਚ ਗੁਆਚਿਆ ਰਹਿੰਦਾ ਸੀ
ਆਪਣੇ ਵਿਚਾਰਾਂ ਤੋਂ ਥੱਕ ਕੇ ਮੈਂ ਅੰਤ ਵਿੱਚ ਫੈਸਲਾ ਕੀਤਾ ਕਿ ਮੈਂ ਆਪਣੀ ਪਤਨੀ ਦੇ ਰਾਜ਼ ਨੂੰ ਜਾਣ ਕੇ ਰਹਾਂਗਾ। ਮੈਂ ਜਾਣਨਾ ਚਾਹੁੰਦਾ ਹਾਂ ਕਿ ਉਹ ਇੰਨੀ ਦੇਰ ਰਾਤ ਕਮਰੇ ਵਿੱਚ ਮੋਬਾਈਲ ਦੇ ਸਾਹਮਣੇ ਬੈਠੀ ਕੀ ਕਰਦੀ ਹੈ। ਕਿਤੇ ਉਹ ਵੀ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੀ। ਪੈਸਿਆਂ ਦੀ ਪਰੇਸ਼ਾਨੀ ਤੋਂ ਤੰਗ ਆ ਕੇ ਸ਼ਾਇਦ ਉਹ ਕੋਈ ਗਲਤ ਕੰਮ ਕਰਨ ਲੱਗ ਪਈ ਹੋਵੇ ਤੇ ਜਿਵੇਂ ਮੈਂ ਸੋਚ ਰਿਹਾ ਹਾਂ ਅਜਿਹਾ ਹੋਇਆ ਤਾਂ ਮੈਂ ਉਸ ਨੂੰ ਬਿਨਾਂ ਸੋਚੇ ਸਮਝੇ ਛੱਡ ਜਾਵਾਂਗਾ। ਨਾ ਹੀ ਮੈਂ ਆਪਣੇ ਪਿਆਰ ਦੀ ਚਿੰਤਾ ਕਰਾਂਗਾ ਅਤੇ ਨਾ ਹੀ ਆਪਣੇ ਬੱਚਿਆਂ ਦੀ। ਮੈਂ ਅਜਿਹੀ ਔਰਤ ਨਾਲ ਕਦੇ ਨਹੀਂ ਰਹਿ ਸਕਦਾ। ਉਹ ਜੋ ਗਲਤ ਕੰਮ ਕਰਦੀ ਹੈ, ਉਹ ਜੋ ਆਪਣਾ ਸਰੀਰ ਦੂਜਿਆਂ ਬੰਦਿਆਂ ਨੂੰ ਦਿਖਾਉਂਦੀ ਹੈ। ਆਖਰ ਮੈਂ ਵੀ ਇੱਜ਼ਤਦਾਰ ਆਦਮੀ ਹਾਂ। ਮੈਂ ਆਪਣੀ ਪਤਨੀ ਦੀ ਕਿਸੇ ਵੀ ਗਲਤ ਹਰਕਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਹੁਣ ਉਹ ਮੇਰੀ ਬਹੁਤੀ ਪਰਵਾਹ ਨਹੀਂ ਕਰਦੀ ਸੀ। ਉਸ ਨੂੰ ਸਿਰਫ ਇਹੀ ਚਿੰਤਾ ਸੀ ਕਿ ਮੈਂ ਦੁੱਧ ਪੀ ਕੇ ਜਲਦੀ ਸੌਂ ਜਾਵਾਂ ਤਾਂ ਜੋ ਉਹ ਆਪਣਾ ਕੰਮ ਸ਼ੁਰੂ ਕਰ ਸਕੇ। ਹੁਣ ਮੈਨੂੰ ਅਹਿਸਾਸ ਹੋਣ ਲੱਗਾ ਕਿ ਉਹ ਇਸ ਕੰਮ ਦਾ ਆਨੰਦ ਲੈ ਰਹੀ ਹੈ। ਹੁਣ ਤਾਂ ਬੱਚੇ ਵੀ ਮੈਨੂੰ ਕਹਿਣ ਲੱਗ ਪਏ ਸਨ, ਮਾਂ ਸਾਰਾ ਦਿਨ ਸੌਂਦੀ ਰਹਿੰਦੀ ਹੈ, ਸਾਨੂੰ ਆਪਣੇ ਆਪ ਖਾਣਾ ਖਾਣਾ ਪੈਂਦਾ ਹੈ। ਮੈਂ ਸੋਚਣ ਲੱਗਾ, ਸਹੀ ਹੈ। ਜਦੋਂ ਉਹ ਪੂਰੀ ਰਾਤ ਬੰਦ ਕਮਰੇ ਵਿੱਚ ਆਪਣੇ ਮੋਬਾਈਲ ਨਾਲ ਕੰਮ ਕਰਦੀ ਰਹਿੰਦੀ ਹੈ ਤਾਂ ਉਹ ਥੱਕ ਜਾਂਦੀ ਹੈ। ਇਹ ਸਭ ਕੁਝ ਸੋਚ ਕੇ ਮੇਰਾ ਮਨ ਬਹੁਤ ਉਦਾਸ ਹੋ ਰਿਹਾ ਸੀ। ਮੈਂ ਆਪਣੀ ਪਤਨੀ ਨਾਲ ਨਫ਼ਰਤ ਕਰਨ ਲੱਗਾ। ਮੈਂ ਅੰਦਰੋਂ ਇਹ ਸੋਚ ਕੇ ਰੋ ਰਿਹਾ ਸੀ ਕਿ ਮੇਰੀ ਪਤਨੀ ਗੈਰ ਮਰਦਾਂ ਨਾਲ ਮੌਜਾਂ ਮਾਣ ਰਹੀ ਹੈ। ਮੇਰੇ ਪਿਆਰ ਵਿੱਚ ਕੀ ਕਮੀ ਸੀ ਜਿਸ ਕਾਰਨ ਮੇਰੀ ਪਤਨੀ ਨੇ ਮੇਰੇ ਨਾਲ ਅਜਿਹਾ ਕੀਤਾ? ਪਰ ਅਜਿਹਾ ਕੁਝ ਵੀ ਨਹੀਂ ਸੀ। ਮੈਂ ਹਮੇਸ਼ਾ ਉਸ ਨੂੰ ਬਹੁਤ ਪਿਆਰ ਕੀਤਾ। ਮੈਂ ਉਸ ਦੀ ਬਹੁਤ ਇੱਜ਼ਤ ਕੀਤੀ ਹੈ ਅਤੇ ਉਸ ਦੀ ਹਰ ਗੱਲ ਦੀ ਪਾਲਣਾ ਕਰਦਾ ਰਿਹਾ ਹਾਂ। ਤਾਂ ਮੇਰੀ ਪਤਨੀ ਕੁਝ ਪੈਸਿਆਂ ਲਈ ਮੇਰੇ ਨਾਲ ਅਜਿਹਾ ਕਿਵੇਂ ਕਰ ਸਕਦੀ ਹੈ? ਉਹ ਮੇਰੇ ਨਾਲੋਂ ਵੱਧ ਪੈਸੇ ਨੂੰ ਕਿਵੇਂ ਪਿਆਰ ਕਰ ਸਕਦੀ ਹੈ? ਮੈਂ ਉਸ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਾ ਕਰ ਸਕਿਆ। ਮੈਂ ਇਹ ਵੀ ਸੋਚਿਆ ਸੀ ਕਿ ਜਿਸ ਦਿਨ ਮੈਨੂੰ ਉਸ ਦੇ ਖਿਲਾਫ ਕੋਈ ਸਬੂਤ ਮਿਲਿਆ, ਮੈਂ ਉਸੇ ਦਿਨ ਉਸ ਨੂੰ ਛੱਡ ਜਾਵਾਂਗਾ ਅਤੇ ਮੈਂ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖਾਂਗਾ। ਮੈਂ ਉਹਨਾਂ ਦੇ ਪਾਲਣ ਪੋਸ਼ਣ ਦੀ ਖੁਦ ਦੇਖਭਾਲ ਕਰਾਂਗਾ, ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਇੱਕ ਚਰਿੱਤਰਹੀਣ ਔਰਤ ਦੇ ਹਵਾਲੇ ਨਹੀਂ ਕਰ ਸਕਦਾ। ਮੈਂ ਇਕੱਲਾ ਉਹਨਾਂ ਦੀ ਦੇਖਭਾਲ ਕਰ ਸਕਦਾ ਹਾਂ। ਮੈਨੂੰ ਕਿਸੇ ਔਰਤ ਦੀ ਲੋੜ ਨਹੀਂ ਹੈ। ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ। ਮੈਂ ਸੋਚਿਆ ਕਿ ਕਿਉਂ ਨਾ ਘਰ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਜਾਵੇ, ਫਿਰ ਦੇਖੋ ਮੇਰੀ ਪਤਨੀ ਕੀ ਕਰਦੀ ਹੈ। ਅਗਲੇ ਹੀ ਦਿਨ ਮੈਂ ਆਪਣੇ ਘਰੋਂ ਇੰਟਰਨੈਟ ਕਨੈਕਸ਼ਨ ਕੱਟ ਦਿੱਤਾ। ਅੱਜ ਜਦੋਂ ਮੈਂ ਆਪਣੇ ਕੰਮ ਤੋਂ ਘਰ ਵਾਪਸ ਆਇਆ ਤਾਂ ਦੇਖਿਆ ਕਿ ਮੇਰੀ ਪਤਨੀ ਥੋੜ੍ਹੀ ਪਰੇਸ਼ਾਨ ਨਜ਼ਰ ਆ ਰਹੀ ਸੀ, ਪਰ ਮੈਂ ਇਸ ਵੱਲ ਧਿਆਨ ਨਹੀਂ ਦਿੱਤਾ। ਮੈਂ ਰੋਜ਼ ਵਾਂਗ ਖਾਣਾ ਖਾਧਾ ਅਤੇ ਸੌਣ ਲਈ ਲੇਟ ਗਿਆ। ਫਿਰ ਮੇਰੀ ਪਤਨੀ ਖੁਦ ਮੇਰੇ ਕੋਲ ਆਈ ਅਤੇ ਮੈਨੂੰ ਦੱਸਿਆ ਕਿ ਅੱਜ ਸਵੇਰ ਤੋਂ ਸਾਡਾ ਇੰਟਰਨੈਟ ਕੰਮ ਨਹੀਂ ਕਰ ਰਿਹਾ ਹੈ। ਜ਼ਰਾ ਦੇਖੋ ਕੀ ਹੋਇਆ। ਮੈਂ ਉਸ ਨੂੰ ਜਵਾਬ ਦਿੱਤਾ ਕਿ ਇੰਟਰਨੈਟ ਦਾ ਕੀ ਹੈ, ਕੋਈ ਨਾ ਕੋਈ ਸਮੱਸਿਆ ਆ ਗਈ ਹੋਵੇਗੀ ਜਿਸ ਕਾਰਨ ਇਹ ਕੰਮ ਨਹੀਂ ਕਰ ਰਿਹਾ ਅਤੇ ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ ਰਹੇ ਹੋ? ਜੇ ਨੈਟ 1-2 ਦਿਨ ਕੰਮ ਨਹੀਂ ਕਰੇਗਾ ਤੁਹਾਡਾ ਕੀ ਬਣੇਗਾ? ਅਤੇ ਜੇਕਰ ਤੁਸੀਂ ਤੁਹਾਡੇ ਸੀਰੀਅਲ ਨਹੀਂ ਵੇਖੇ ਤਾਂ ਕੀ ਹੋਵੇਗਾ? ਵੈਸੇ ਵੀ ਤੁਸੀਂ ਸਾਰਾ ਦਿਨ ਸੀਰੀਅਲ ਦੇਖਦੇ ਰਹਿੰਦੇ ਹੋ। ਘਰ ਵੱਲ ਵੀ ਥੋੜ੍ਹਾ ਧਿਆਨ ਦਿਓ ਅਤੇ ਬੱਚਿਆਂ ਵੱਲ ਵੀ ਧਿਆਨ ਦਿਓ। ਮੇਰੇ ਦਿਲ ਵਿੱਚ ਕਈ ਦਿਨਾਂ ਤੋਂ ਗੁੱਸਾ ਸੀ ਤੇ ਅੱਜ ਮੈਂ ਆਪਣੀ ਪਤਨੀ ਉੱਤੇ ਕੱਢ ਲਿਆ। ਇਸ ਤੇ ਉਸ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਮੈਂ ਤਾਂ ਬੱਚਿਆਂ ਲਈ ਹੀ ਪੁੱਛ ਰਹੀ ਸੀ। ਮੈਂ ਸੋਚਿਆ ਜੇ ਮੇਰੇ ਇਹ ਕਦਮ ਤੇ ਮੇਰੀ ਪਤਨੀ ਸੁਧਰ ਜਾਂਦੀ ਹੈ, ਜੇਕਰ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਮੈਂ ਇਸ ਨੂੰ ਉਸ ਦੀ ਪਹਿਲੀ ਗਲਤੀ ਸਮਝਦੇ ਹੋਏ ਉਸ ਨੂੰ ਮਾਫ਼ ਕਰ ਦਿਆਂਗਾ ਅਤੇ ਅਸੀਂ ਆਪਣੀ ਨਵੀਂ ਜ਼ਿੰਦਗੀ ਦੁਬਾਰਾ ਸ਼ੁਰੂ ਕਰਾਂਗੇ। ਪਰ ਇੱਥੇ ਮੇਰੀ ਪਤਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋ ਰਿਹਾ ਸੀ। ਇੱਕ ਦਿਨ ਨੈੱਟ ਨੇ ਕੰਮ ਨਹੀਂ ਕੀਤਾ। ਉਹ ਬਹੁਤ ਪਰੇਸ਼ਾਨ ਹੋ ਗਈ ਕਿ ਮੇਰੀ ਪਤਨੀ ਪੈਸੇ ਦੀ ਇੰਨੀ ਆਦੀ ਹੈ ਕਿ ਉਹ ਸਭ ਕੁਝ ਭੁੱਲ ਗਈ ਹੈ। ਇਹ ਸੋਚਦਿਆਂ ਮੈਂ ਸੌਂ ਗਿਆ। ਸਵੇਰੇ ਜਦੋਂ ਅੱਖ ਖੁੱਲ੍ਹੀ ਤਾਂ ਮਾਂ ਦੀ ਤਬੀਅਤ ਖਰਾਬ ਸੀ। ਉਸ ਨੂੰ ਬਹੁਤ ਤੇਜ਼ ਬੁਖਾਰ ਸੀ। ਮੈਂ ਉਸ ਨੂੰ ਹਸਪਤਾਲ ਲੈ ਗਿਆ। ਡਾਕਟਰ ਨੇ ਦੱਸਿਆ ਕਿ ਤੁਹਾਨੂੰ ਆਪਣੀ ਮਾਂ ਦੇ ਕੁਝ ਟੈਸਟ ਕਰਵਾਉਣੇ ਪੈਣਗੇ, ਪਰ ਮੇਰੇ ਕੋਲ ਉਸ ਦੇ ਟੈਸਟ ਕਰਵਾਉਣ ਲਈ ਪੈਸੇ ਨਹੀਂ ਸਨ। ਇਸ ਲਈ ਮੈਂ ਆਪਣੇ ਬੌਸ ਨੂੰ ਐਡਵਾਂਸ ਤਨਖਾਹ ਦੇਣ ਲਈ ਕਿਹਾ, ਪਰ ਮੇਰੇ ਬੌਸ ਨੇ ਕਿਹਾ ਕਿ ਤੁਹਾਡੇ ਕੋਲ ਨਵੀਂ ਨੌਕਰੀ ਹੈ, ਅਸੀਂ ਤੁਹਾਨੂੰ ਐਡਵਾਂਸ ਤਨਖਾਹ ਪਹਿਲਾਂ ਤੋਂ ਨਹੀਂ ਦੇ ਸਕਦੇ। ਇਹ ਸੁਣ ਕੇ ਮੈਂ ਬਹੁਤ ਦੁਖੀ ਹੋਇਆ। ਫਿਰ ਮੈਂ ਉਹਨਾਂ ਪੈਸਿਆਂ ਬਾਰੇ ਸੋਚਿਆ ਜੋ ਮੇਰੇ ਖਾਤੇ ਵਿੱਚ ਪਏ ਸੀ।
ਮੈਂ ਪੈਸੇ ਕਢਵਾ ਲਏ ਅਤੇ ਆਪਣੀ ਮਾਂ ਦੇ ਟੈਸਟ ਕਰਵਾਏ। ਮੈਂ ਬਹੁਤ ਕਮਜ਼ੋਰ ਮਹਿਸੂਸ ਕਰ ਰਿਹਾ ਸੀ। ਅੱਜ ਮੈਨੂੰ ਗਰੀਬ ਹੋਣ ਦਾ ਅਹਿਸਾਸ ਹੋ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਮੈਂ ਆਪਣੀ ਪਤਨੀ ਨੂੰ ਕਿਸ ਹੱਕ ਤੋਂ ਗਲਤ ਕਹਿ ਰਿਹਾ ਹਾਂ, ਜਦੋਂ ਮੈਂ ਖੁਦ ਉਸ ਦੇ ਗਲਤ ਕੰਮਾਂ ਨਾਲ ਕਮਾਇਆ ਪੈਸਾ ਖਰਚ ਕਰ ਰਿਹਾ ਹਾਂ। ਪਹਿਲਾਂ ਵੀ ਇਸ ਪੈਸੇ ਨਾਲ ਮੇਰਾ ਘਰ ਚੱਲਦਾ ਸੀ ਅਤੇ ਅੱਜ ਵੀ ਇਸ ਪੈਸੇ ਨਾਲ ਮੇਰੀ ਮਾਂ ਦੀ ਜਾਨ ਬਚ ਗਈ ਹੈ। ਮੈਂ ਆਪਣੀ ਪਤਨੀ ਦੇ ਸਾਹਮਣੇ ਬਹੁਤ ਸ਼ਰਮਿੰਦਾ ਹੋ ਰਿਹਾ ਸੀ। ਦੂਜੇ ਦਿਨ ਸਾਡਾ ਨੈੱਟ ਆਪਣੇ ਆਪ ਕੰਮ ਕਰਨ ਲੱਗ ਪਿਆ। ਸ਼ਾਇਦ ਮੇਰੀ ਪਤਨੀ ਨੇ ਖੁਦ ਇੰਟਰਨੈਟ ਕਨੈਕਸ਼ਨ ਕਰਵਾ ਲਿਆ ਸੀ, ਪਰ ਮੈਂ ਆਪਣੀ ਪਤਨੀ ਨੂੰ ਇਸ ਬਾਰੇ ਕੁਝ ਨਹੀਂ ਕਿਹਾ। ਮੇਰੀ ਪਤਨੀ ਫਿਰ ਤੋਂ ਆਪਣਾ ਕੰਮ ਕਰਨ ਲੱਗ ਪਈ। ਹਰ ਰੋਜ਼ ਮੈਂ ਉਸ ਨੂੰ ਇਹੀ ਕੰਮ ਕਰਦੇ ਦੇਖਦਾ ਸੀ ਅਤੇ ਉਸ ਨੂੰ ਕੁਝ ਨਹੀਂ ਕਹਿ ਸਕਦਾ ਸੀ, ਪਰ ਮੈਂ ਵੀ ਇੱਕ ਆਦਮੀ ਸੀ। ਮੈਂ ਆਪਣੀ ਪਤਨੀ ਨੂੰ ਕਦੋਂ ਤੱਕ ਗਲਤ ਕੰਮ ਕਰਦੇ ਦੇਖ ਸਕਦਾ? ਉਹ ਮੇਰੇ ਆਪਣੇ ਘਰ ਦੀ ਇੱਜ਼ਤ ਸੀ ਅਤੇ ਮੈਂ ਆਪਣੇ ਘਰ ਦੀ ਇੱਜ਼ਤ ਨੂੰ ਇਸ ਤਰ੍ਹਾਂ ਨਿਲਾਮ ਨਹੀਂ ਹੋਣ ਦੇ ਸਕਦਾ ਸੀ। ਹੁਣ ਮੇਰੀ ਜ਼ਮੀਰ ਨੇ ਇਹ ਸਭ ਸਵੀਕਾਰ ਨਹੀਂ ਕੀਤਾ। ਮੈਂ ਸੋਚਿਆ ਮੈਂ ਸੱਚਾਈ ਦਾ ਪਤਾ ਲਗਾ ਕੇ ਹੀ ਰਹਾਂਗਾ, ਚਾਹੇ ਸੱਚ ਜੋ ਵੀ ਹੋਵੇ। ਪਰ ਮੈਂ ਉਸ ਨੂੰ ਸਿੱਧਾ ਨਹੀਂ ਪੁੱਛ ਸਕਦਾ ਸੀ। ਹੋ ਸਕਦਾ ਹੈ ਕਿ ਉਹ ਮੈਨੂੰ ਕਹਿ ਦਿੰਦੀ ਕਿ ਮੈਂ ਉਸ 'ਤੇ ਦੋਸ਼ ਲਗਾ ਰਿਹਾ ਹਾਂ। ਮੇਰੇ ਕੋਲ ਕੋਈ ਸਬੂਤ ਵੀ ਨਹੀਂ ਸੀ ਜਿਸ ਦੇ ਆਧਾਰ 'ਤੇ ਮੈਂ ਉਸ ਨੂੰ ਕੁਝ ਕਹਿ ਸਕਦਾ। ਮੈਂ ਸੋਚਿਆ ਕਿ ਮੈਂ ਉਸ ਨੂੰ ਛੋਟੀਆਂ-ਛੋਟੀਆਂ ਗੱਲਾਂ ਵਿੱਚ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ। ਅੱਜ ਸਵੇਰੇ ਜਦੋਂ ਅਸੀਂ ਉੱਠੇ ਤਾਂ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਹੋ? ਤੁਸੀਂ ਆਪਣੀ ਰਾਤ ਦੀ ਨੌਕਰੀ ਦਾ ਬਹੁਤ ਆਨੰਦ ਲੈ ਰਹੇ ਹੋ। ਕੀ ਤੁਸੀਂ ਆਪਣੀ ਨੌਕਰੀ ਵਿੱਚ ਖੁਸ਼ ਹੋ? ਹਰ ਔਰਤ ਇਹਨਾਂ ਕੰਮਾਂ ਦਾ ਆਨੰਦ ਲੈਂਦੀ ਹੈ। ਮੇਰੀ ਪਤਨੀ ਨੇ ਗੁੱਸੇ ਵਿੱਚ ਕਿਹਾ, ਕੀ ਕਹਿ ਰਹੇ ਹੋ? ਕੀ ਬੋਲ ਰਹੇ ਹੋ? ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਮੈਂ ਕਿਹਾ, ਤੁਸੀਂ ਕੀ ਸਮਝੋਗੇ? ਤੁਸੀਂ ਆਪਣੇ ਕੰਮ ਵਿੱਚ ਰੁੱਝੇ ਹੋਏ ਹੋ। ਮੈਂ ਸੀਰੀਅਲ ਬਾਰੇ ਪੁੱਛ ਰਿਹਾ ਹਾਂ। ਕਿਵੇਂ ਚੱਲ ਰਿਹਾ ਹੈ? ਮੇਰੀ ਪਤਨੀ ਕਹਿਣ ਲੱਗੀ, ਹਾਂ, ਉਹ ਚੰਗਾ ਚੱਲ ਰਿਹਾ ਹੈ। ਮੈਂ ਕਿਹਾ, ਠੀਕ ਹੈ, ਫਿਰ ਅੱਜ ਮੈਂ ਵੀ ਤੇਰੇ ਨਾਲ ਦੇਖਾਂਗਾ। ਮੇਰੀ ਪਤਨੀ ਤੁਰੰਤ ਬੋਲੀ, ਉਹ ਨਹੀਂ, ਜੇ ਤੁਸੀਂ ਮੇਰੇ ਨਾਲ ਸੀਰੀਅਲ ਦੇਖੋਗੇ ਤਾਂ ਤੁਸੀਂ ਸਵੇਰੇ ਉੱਠ ਨਹੀਂ ਸਕੋਗੇ। ਫਿਰ ਤੁਸੀਂ ਕੰਮ 'ਤੇ ਕਿਵੇਂ ਜਾਓਗੇ? ਤੁਸੀਂ ਥੱਕ ਜਾਓਗੇ ਅਤੇ ਵੈਸੇ ਵੀ ਤੁਹਾਨੂੰ ਸੀਰੀਅਲ ਪਸੰਦ ਨਹੀਂ ਆਵੇਗਾ। ਮੈਂ ਕਿਹਾ, ਹਾਂ ਠੀਕ ਹੈ, ਤੁਸੀਂ ਠੀਕ ਹੋ, ਮੇਰਾ ਸਮਾਂ ਬਰਬਾਦ ਹੋਵੇਗਾ। ਇਹ ਕਹਿ ਕੇ ਮੈਂ ਆਪਣੇ ਕੰਮ 'ਤੇ ਰਵਾਨਾ ਹੋ ਗਿਆ ਅਤੇ ਰਸਤੇ 'ਚ ਸੋਚਣ ਲੱਗਾ ਕਿ ਰਾਤ ਨੂੰ ਮੇਰੀ ਪਤਨੀ ਕੀ ਕਰਦੀ ਹੈ, ਇਸ ਦਾ ਪਤਾ ਕਿਵੇਂ ਲਗਾਵਾਂ। ਅਚਾਨਕ ਮੇਰੇ ਮਨ ਵਿੱਚ ਇੱਕ ਖਿਆਲ ਆਇਆ, ਮੈਂ ਰਾਤ ਨੂੰ ਆਪਣੀ ਪਤਨੀ ਦੇ ਸਾਹਮਣੇ ਸੌਣ ਦਾ ਬਹਾਨਾ ਕਿਉਂ ਨਾ ਕਰਾਂ ਅਤੇ ਦੇਖਾਂ ਕਿ ਜਦੋਂ ਉਹ ਕਮਰੇ ਵਿੱਚ ਜਾਂਦੀ ਹੈ ਤਾਂ ਉਹ ਕੀ ਕਰਦੀ ਹੈ। ਮੈਂ ਸੋਚਿਆ ਕਿ ਮੈਨੂੰ ਅਜਿਹਾ ਕਰਨਾ ਚਾਹੀਦਾ ਹੈ। ਰਾਤ ਨੂੰ ਜਦੋਂ ਮੈਂ ਕੰਮ ਤੋਂ ਘਰ ਵਾਪਸ ਆਇਆ, ਮੈਂ ਰਾਤ ਦਾ ਖਾਣਾ ਖਾ ਲੈਤਾ ਅਤੇ ਫਿਰ ਲੇਟ ਗਿਆ। ਰੋਜ਼ ਵਾਂਗ ਮੇਰੀ ਪਤਨੀ ਦੁੱਧ ਦਾ ਗਲਾਸ ਲੈ ਕੇ ਮੇਰੇ ਕੋਲ ਆਈ, ਪਰ ਅੱਜ ਮੈਂ ਉਹ ਦੁੱਧ ਨਹੀਂ ਪੀਤਾ ਅਤੇ ਆਪਣੀ ਪਤਨੀ ਦੇ ਸਾਹਮਣੇ ਸੌਣ ਦਾ ਬਹਾਨਾ ਲਗਾਉਣ ਲੱਗਾ। ਉਸ ਨੇ ਮਹਿਸੂਸ ਕੀਤਾ ਕਿ ਮੈਂ ਸੋ ਰਿਹਾ ਹਾਂ, ਇਸ ਲਈ ਉਹ ਦੂਜੇ ਕਮਰੇ ਵਿੱਚ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਮੈਂ ਉੱਠਿਆ ਅਤੇ ਮੈਂ ਉਸ ਦੇ ਪਿੱਛੇ ਚਲਾ ਗਿਆ। ਮੈਂ ਕਮਰੇ ਦਾ ਦਰਵਾਜ਼ਾ ਇਹ ਵੇਖਣ ਲਈ ਖੋਲ੍ਹਿਆ ਕਿ ਉਹ ਕੀ ਕਰ ਰਹੀ ਹੈ ਅਤੇ ਜਿਵੇਂ ਮੈਂ ਸੋਚ ਰਿਹਾ ਸੀ, ਬਿਲਕੁਲ ਅਜਿਹਾ ਹੀ ਹੋਇਆ। ਉਹ ਮੋਬਾਈਲ ਦੇ ਸਾਹਮਣੇ ਬੈਠੀ ਸੀ ਅਤੇ ਉਹ ਕੋਈ ਸੀਰੀਅਲ ਨਹੀਂ ਦੇਖ ਰਹੀ ਸੀ, ਸਗੋਂ ਕਿਸੇ ਨੂੰ ਵੀਡੀਓ ਕਾਲ ਕਰ ਰਹੀ ਸੀ। ਮੈਂ ਉਸ ਦੇ ਸਾਹਮਣੇ ਦੋ ਆਦਮੀਆਂ ਨੂੰ ਗੱਲਾਂ ਕਰਦੇ ਦੇਖਿਆ। ਇਹ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਅਤੇ ਸੋਚਣ ਲੱਗਾ ਕਿ ਮੇਰੀ ਪਤਨੀ ਮੇਰੇ ਨਾਲ ਅਜਿਹਾ ਕਿਵੇਂ ਕਰ ਸਕਦੀ ਹੈ। ਉਹ ਇੱਕ ਨਹੀਂ ਸਗੋਂ ਦੋ ਆਦਮੀਆਂ ਨਾਲ ਮੇਰੀ ਪਿੱਠ ਪਿੱਛੇ ਚੱਕਰ ਚਲਾ ਰਹੀ ਹੈ। ਫਿਰ ਬਿਨਾਂ ਕੁਝ ਸੋਚੇ ਮੈਂ ਕਮਰੇ ਦੇ ਅੰਦਰ ਚਲਾ ਗਿਆ ਅਤੇ ਆਪਣੀ ਪਤਨੀ ਨਾਲ ਲੜਨ ਲੱਗਾ। ਉਸ ਨੇ ਮੈਨੂੰ ਦੇਖ ਕੇ ਤੁਰੰਤ ਕਾਲ ਕੱਟ ਦਿੱਤੀ। ਫਿਰ ਮੈਂ ਉਸ ਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰ ਰਹੀ ਹੈ? ਇਹ ਤੁਹਾਡਾ ਸੀਰੀਅਲ ਹੈ। ਤੁਸੀਂ ਇਸ ਸੀਰੀਅਲ ਨੂੰ ਦੇਖਣ ਦੀ ਆੜ ਵਿੱਚ ਅੱਜ ਤੱਕ ਮੇਰੇ ਨਾਲ ਝੂਠ ਬੋਲ ਰਹੇ ਹੋ। ਮੇਰੀ ਪਿੱਠ ਪਿੱਛੇ ਤੁਸੀਂ ਕੀ ਕਰ ਰਹੇ ਹੋ? ਮੇਰੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਮੇਰੀ ਪਤਨੀ ਬਹੁਤ ਸ਼ਰਮਿੰਦਾ ਹੋਈ ਅਤੇ ਮੈਨੂੰ ਆਪਣੀ ਗੱਲ ਸੁਣਨ ਲਈ ਕਿਹਾ। ਮੈਂ ਉਸ ਨੂੰ ਕਿਹਾ ਕਿ ਤੁਸੀਂ ਅਜੇ ਵੀ ਮੈਨੂੰ ਕੁਝ ਕਹਿਣਾ ਚਾਹੁੰਦੇ ਹੋ? ਕਿ ਅਜੇ ਵੀ ਕੁਝ ਸੁਣਨਾ ਬਾਕੀ ਹੈ? ਮੇਰੀ ਪਤਨੀ ਨੇ ਕਿਹਾ ਕਿ ਤੁਸੀਂ ਇੱਕ ਵਾਰ ਮੇਰੀ ਗੱਲ ਸੁਣੋ, ਫਿਰ ਤੁਹਾਡਾ ਜੋ ਵੀ ਫੈਸਲਾ ਹੈ ਮੈਂ ਉਸ ਨੂੰ ਸਵੀਕਾਰ ਕਰ ਲਵਾਂਗੀ। ਜਦੋਂ ਸਾਡਾ ਵਿਆਹ ਹੋਇਆ ਸੀ ਮੈਂ ਤੁਹਾਡੇ ਨਾਲ ਬਹੁਤ ਖੁਸ਼ ਸੀ। ਤੁਸੀਂ ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਫਿਰ ਸਾਡੇ ਬੱਚੇ ਹੋਏ, ਸਾਡੇ ਖਰਚੇ ਵਧਣ ਲੱਗੇ। ਜਿਵੇਂ ਸਾਡੇ ਬੱਚੇ ਵੱਡੇ ਹੋਏ, ਸਾਡੇ ਘਰ ਪੈਸੇ ਦੀ ਕਮੀ ਵੀ ਵਧਣ ਲੱਗੀ। ਬੱਚਿਆਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਲਈ ਤਰਸਦੇ
ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ। ਜਦੋਂ ਸਾਡੇ ਬੱਚੇ ਆਂਢ ਗੁਆਂਢ ਦੇ ਬੱਚਿਆਂ ਨੂੰ ਸਕੂਲ ਜਾਂਦੇ ਦੇਖਦੇ ਤਾਂ ਮੈਨੂੰ ਕਹਿੰਦੇ ਕਿ ਮਾਂ ਅਸੀਂ ਕਦੇ ਸਕੂਲ ਜਾਵਾਂਗੇ, ਅਤੇ ਮੇਰੇ ਕੋਲ ਉਹਨਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਹੁੰਦਾ। ਮੈਂ ਇਹ ਵੀ ਚਾਹੁੰਦੀ ਸੀ ਕਿ ਸਾਡੇ ਬੱਚੇ ਸਕੂਲ ਜਾਣ। ਮੈਂ ਹਰ ਰੋਜ਼ ਸੋਚਦੀ ਹਾਂ ਕਿ ਮੈਂ ਇਸ ਬਾਰੇ ਤੁਹਾਡੇ ਨਾਲ ਗੱਲ ਕਰਾਂ, ਪਰ ਜਦੋਂ ਮੈਂ ਤੁਹਾਨੂੰ ਥੱਕਿਆ ਹੋਇਆ ਦੇਖਦੀ ਤਾਂ ਮੇਰੇ ਵਿੱਚ ਤੁਹਾਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਹੁੰਦੀ, ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਸਾਡੇ ਲਈ ਬਹੁਤ ਮਿਹਨਤ ਕਰਦੇ ਹੋ, ਪਰ ਫਿਰ ਵੀ ਸਾਡੇ ਖਰਚੇ ਪੂਰੇ ਨਹੀਂ ਹੋ ਰਹੇ ਸਨ। ਫਿਰ ਇੱਕ ਦਿਨ ਮੇਰੀ ਚਚੇਰੀ ਭੈਣ ਸਾਡੇ ਘਰ ਆਈ ਅਤੇ ਉਸਨੇ ਮੈਨੂੰ ਇਸ ਕੰਮ ਬਾਰੇ ਦੱਸਿਆ। ਮੈਨੂੰ ਪਤਾ ਸੀ ਕਿ ਤੁਸੀਂ ਮੈਨੂੰ ਨਾ ਕਰੋਗੇ, ਇਸੇ ਲਈ ਮੈਂ ਇਹ ਕੰਮ ਤੁਹਾਨੂੰ ਪੁੱਛੇ ਬਿਨਾਂ ਕਰਨ ਲੱਗੀ। ਮੈਂ ਕੁਝ ਗਲਤ ਨਹੀਂ ਕਰਦੀ, ਪਰ ਫੋਨ 'ਤੇ ਬਿਊਟੀ ਪ੍ਰੋਡਕਟ ਵੇਚਦੀ ਹਾਂ। ਪਰ ਮੈਨੂੰ ਅਹਿਸਾਸ ਹੋਇਆ ਤੁਸੀਂ ਮੇਰੇ 'ਤੇ ਸ਼ੱਕ ਕਰਨ ਲੱਗੇ ਹੋ, ਪਰ ਇਹ ਕੰਮ ਕਰਨਾ ਮੇਰੀ ਮਜਬੂਰੀ ਸੀ। ਮੈਂ ਆਪਣੇ ਬੱਚਿਆਂ ਲਈ ਕੁਝ ਵੀ ਕਰ ਸਕਦੀ ਹਾਂ, ਇਸ ਲਈ ਮੈਂ ਤੁਹਾਨੂੰ ਰਾਤ ਨੂੰ ਦੁੱਧ ਪਿਲਾਉਂਦੀ ਸੀ ਤਾਂ ਤੁਸੀਂ ਆਰਾਮ ਨਾਲ ਸੌ ਸਕੋ ਅਤੇ ਮੈਂ ਆਪਣਾ ਕੰਮ ਕਰ ਸਕਾਂ ਅਤੇ ਤੁਹਾਡੇ ਘਰ ਦੇ ਖਰਚੇ ਵਿੱਚ ਮਦਦ ਕਰ ਸਕਾਂ। ਮੇਰੇ 'ਤੇ ਵਿਸ਼ਵਾਸ ਕਰੋ, ਮੈਂ ਕੁਝ ਗਲਤ ਨਹੀਂ ਕਰਦੀ। ਜੋ ਤੁਸੀਂ ਮੈਨੂੰ ਅੱਜ ਵੀਡੀਓ ਕਾਲ 'ਤੇ ਗੱਲ ਕਰਦੇ ਹੋਏ ਦੇਖਿਆ, ਉਹ ਸਾਡੀ ਮੀਟਿੰਗ ਹੁੰਦੀ ਹੈ ਹਰ ਮਹੀਨੇ, ਜਿਸ ਵਿੱਚ ਸਾਨੂੰ ਵੀਡੀਓ ਕਾਲ 'ਤੇ ਦੱਸਿਆ ਜਾਂਦਾ ਹੈ ਕਿ ਅਸੀਂ ਆਪਣਾ ਸਮਾਨ ਕਿਵੇਂ ਵੇਚ ਸਕਦੇ ਹਾਂ ਅਤੇ ਅਸੀਂ ਆਪਣੇ ਕੰਮ ਨੂੰ ਕਿਵੇਂ ਅੱਗੇ ਵਧਾ ਸਕਦੇ ਹਾਂ। ਪਤਨੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਮੈਂ ਆਪਣੀ ਸੋਚ 'ਤੇ ਘਿਰਣਾ ਮਹਿਸੂਸ ਕਰ ਰਿਹਾ ਸੀ। ਮੈਂ ਆਪਣੀ ਪਤਨੀ ਬਾਰੇ ਇੰਨਾ ਗਲਤ ਕਿਵੇਂ ਸੋਚ ਸਕਦਾ ਹਾਂ? ਇਹ ਚੰਗਾ ਹੈ ਕਿ ਮੈਂ ਆਪਣੀ ਪਤਨੀ ਨੂੰ ਕੋਈ ਗਲਤ ਸਵਾਲ ਨਹੀਂ ਪੁੱਛਿਆ, ਨਹੀਂ ਤਾਂ ਮੇਰੀ ਪਤਨੀ ਮੇਰੇ ਬਾਰੇ ਕਿੰਨਾ ਗਲਤ ਸੋਚ ਸਕਦੀ ਹੈ। ਉਹ ਮੈਨੂੰ ਕਦੇ ਮਾफ़ ਵੀ ਨਹੀਂ ਕਰਦੀ। ਮੈਂ ਮਨ ਹੀ ਮਨ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ। ਇਸ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਗਲੇ ਲਗਾ ਲਿਆ ਅਤੇ ਆਪਣੇ ਕੀਤੇ ਲਈ ਮਾफ़ੀ ਮੰਗੀ। ਉਸ ਤੋਂ ਬਾਅਦ ਉਹ ਹਰ ਰਾਤ ਸਾਡੇ ਕਮਰੇ ਵਿੱਚ ਬੈਠ ਕੇ ਆਪਣਾ ਕੰਮ ਕਰਦੀ ਸੀ। ਮੈਂ ਵੀ ਕਈ ਵਾਰ ਉਸ ਦੇ ਕੰਮ ਵਿੱਚ ਮਦਦ ਕਰਦਾ ਸੀ। ਅਸੀਂ ਦੋਵੇਂ ਕੰਮ ਕਰਨ ਲੱਗੇ। ਸਾਡੇ ਘਰ ਦੇ ਖਰਚੇ ਬੜੀ ਆਸਾਨੀ ਨਾਲ ਪੂਰੇ ਹੋਣ ਲੱਗੇ। ਹੁਣ ਸਾਡੇ ਬੱਚੇ ਚੰਗੇ ਸਕੂਲ ਜਾਂਦੇ ਹਨ ਅਤੇ ਅਸੀਂ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਾਂ। ਤੁਹਾਨੂੰ ਸਾਡੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।